हाँ जी, जिन्होंने पंजाबी च हिंट लिखे आ, मेहरबानी करके पहले हिंट तो बोल दियो। सत्य खाली ही ਅਸੀਂ ਪਰਮੇਸ਼ਰ ਦੇ ਵਚਨ ਚੋਂ ਕੀ ਸਿੱਖ ਰਹੇ ਹਾਂ ਭਲਾ? ਸਾਹਮਣੇ ਕੀ ਦਿਖਦਾ? ਆਦਮ ਦਾ ਡਿੱਗਣਾ, ਆਦਮ ਦਾ ਪਤਨ। ਡਿੱਗਣਾ ਇੱਕ ਡਿੱਗਣਾ ਹੁੰਦਾ, ਠੋਕਰ ਖਾਦੀ ਤੇ ਬੰਦਾ ਡਿੱਗ ਗਿਆ। ਹਾਲੇਲੂਇਆ। ਇੱਕ ਦਾ ਮਤਲਬ ਉਹਦਾ ਵਜੂਦ ਵੀ ਡਿੱਗ ਗਿਆ, ਉਹਦਾ ਪ੍ਰਾਣ ਵੀ ਡਿੱਗ ਗਿਆ, ਉਹਦਾ ਰੂਹ ਵੀ ਡਿੱਗ ਗਿਆ, ਉਹਦਾ ਮਾਣ ਵੀ ਡਿੱਗ ਗਿਆ, ਉਹਦਾ ਸਨਮਾਨ ਵੀ ਡਿੱਗ ਗਿਆ। ਉਹਨੂੰ ਕਹਿੰਦੇ ਪਤਨ ਹੋ ਗਿਆ। ਕੀ ਹੋ ਗਿਆ? ਪਤਨ ਹੋ ਗਿਆ, यानी कि कासे जोगा भी नहीं रहा। हालेलुया। आदम ने जो फल खाधा ते जो डिगाया पतन हो गया, कुछ भी नहीं रहा। ਉਹਦੇ ਆਪਾਂ ਹੁਣ देख रहे हैं। पहला ਤਾਂ देखा ਸੀਗਾ आदम के पतन का कारण। दूसरा हाँ जी शैतान की चतुराई, शैतान की जी चलाकी से किस प्रकार शैतान ने सिटिया। आदम का डिगना उस गल ਆਪਾਂ ਸਿੱਖਿਆ ਆ। ਆਪਾਂ ਨੂੰ ਵੀ ਦੇਖ ਸਕਦੇ ਆ, ਕਿਤੇ ਵੀ ਆਪਾਂ ਰੱਬ ਦੇ ਨਾਲ ਚੱਲਦੇ ਚੱਲਦੇ ਕੀ ਹੋ ਸਕਦੇ ਆ? ਡਿੱਗ ਸਕਦੇ। ਡਿੱਗ ਕਿਉਂ ਸਕਦੇ ਆ? ਕਿਉਂਕਿ ਜਿਹੜਾ ਡਿੱਗਣ ਵਾਲਾ ਨਾ ਚਤਰਾਈ ਉਹਦੇ ਕੋਲ ਬਹੁਤ ਜ਼ਿਆਦੀ ਆ, ਔਰ ਉਹਦੀ ਚਤਰਾਈ ਦਾ ਜਿਹੜਾ ਅਨੁਭਵ ਉਹਦੇ ਕੋਲ ਹੈਗਾ ਆ 6000 ਸਾਲ ਆਦਮ ਦੇ ਨਾਲ ਦਾ ਅਨੁਭਵ ਹੈ। ਹਾਲੇਲੂਇਆ। ਕਿੰਨੇ ਸਾਲ? 6000 ਸਾਲ ਮਤਲਬ 6 ਯੁੱਗ। 6 ਯੁੱਗ ਮਤਲਬ 60 ਸਦੀਆਂ। ਕਿੰਨੀਆਂ ਸਦੀਆਂ? 60 ਸਦੀਆਂ ਤੋਂ ਉਹਦਾ ਅਨੁਭਵ ਤਜਰਬਾ ਆਦਮ ਦੇ ਨਾਲ। ਇਸ ਤੋਂ ਪਹਿਲਾਂ ਉਹਨੇ ਸਿੱਖਿਆ ਸੀਗਾ ਲੂਸੀਫਰ ਨੂੰ। ਹਾਲੇਲੂਇਆ। ਸੋ ਕਿਸ ਪ੍ਰਕਾਰ ਦੇ ਨਾਲ ਦੇਖਣ ਵਾਲਾ ਹੈ, ਇਸ ਲਈ ਉਹਦੇ ਕੋਲ ਚਲਾਕੀ ਬਹੁਤ ਜ਼ਿਆਦਾ ਹੈ। ਸਾਡੀ ਉਮਰ ਇੱਥੇ ਕਿੰਨੀ ਹੈ? ਧਰਤੀ ਦੇ 70-80 ਵਰੇ। ਹਾਲੇਲੂਇਆ। ਜਿਹਦੇ ਚ ਸੁਰਤ ਆਉਂਦੇ ਨੂੰ 15 ਸਾਲ ਲੱਗ ਜਾਂਦੇ। 15-18 ਸਾਲ ਦੀ ਉਮਰ ਤੇ ਸੁਰਤ ਆਉਂਦੀ ਹੈ। ਫਿਰ 60 ਸਾਲ ਦੀ ਉਮਰ ਤੋਂ ਬਾਅਦ ਸੁਰਤ ਮਰਨੀ ਫੇਰ ਸ਼ੁਰੂ ਹੋ ਜਾਂਦੀ ਹੈ। ਬਾਕੀ ਕਿੰਨੇ ਗੱਭੇ ਬੱਚੇ ਹੈ ਨਾ? ਬਾਕੀ 30-40 ਹਾਂ 30-40 ਬਾਕੀ ਬੱਚੇ। ਸੋ ਇਹ 30-40 ਸਾਲਾਂ ਦੇ ਦਰਮਿਆਨ ਸਾਡਾ ਕੀ ਅਨੁਭਵ ਹੈਗਾ, ਕੀ ਤਜਰਬਾ ਹੋ ਸਕਦਾ ਕਿ ਅਸੀਂ ਉਸ ਚਲਾਕ ਦੇ ਨਾਲ ਜਿੱਤ ਸਕੀਏ। ਉਸ ਚਲਾਕ ਦੇ ਨਾਲ ਅਗਰ ਅਸੀਂ ਜਿੱਤ ਸਕਦੇ ਹਾਂ ਤੇ ਖੁਦਾ ਦੇ ਚਰਨਾਂ ਦੇ ਵਿੱਚ ਰਹਿ ਕੇ ਜਿੱਤ ਸਕਦੇ ਹਾਂ। ਹਾਲੇਲੂਇਆ। ਵਚਨ ਦਾ ਪ੍ਰਕਾਸ਼ ਪਾ ਕੇ ਹੀ ਜਿੱਤ ਸਕਦੇ ਹਾਂ, ਬਾਣੀ ਲੈ ਕੇ ਹੀ ਅਸੀਂ ਜਿੱਤ ਸਕਦੇ ਹਾਂ। ਉਹਦਾ ਕੋਈ ਚਾਂਸ ਹੈਗਾ ਨਹੀਂ। ਜਿੱਦਾਂ ਆਪਾਂ ਕਈ ਵਾਰੀ ਆਦਤ ਹੈ ਨਾ, ਚਲੋ ਅੱਜ ਨਹੀਂ ਸੁਣਦੇ, ਅੱਜ ਕੋਈ ਗੱਲ ਨਹੀਂ, ਅੱਜ ਛੁੱਟੀ ਮਾਰ ਲੈਣੇ, ਕੁਝ ਕਰਦੇ ਹਾਂ। ਤੁਹਾਨੂੰ ਪਤਾ ਉਹਦੇ ਦਰਮਿਆਨ ਕਿਹਦੇ ਚਾਂਸ ਹੈ ਆਉਣ ਦੇ? ਸ਼ੈਤਾਨ ਦੇ ਚਾਂਸ। ਹਾਲੇਲੂਇਆ। ਕਿਉਂਕਿ ਜਦੋਂ ਆਦਮ ਤੇ ਹਵਾ ਜਦੋਂ ਉੱਥੇ ਕਰਦੇ ਨਾ ਸਾਰੇ ਦਿਹਾੜੀ, ਪ੍ਰਭੂ ਚਲੇ ਜਾਂਦਾ ਵਿੱਚੋਂ ਹਨਾ ਮੁਲਾਕਾਤ ਕਰਕੇ, ਬਾਅਦ ਚ ਕਿਹੜੀ ਗੱਲਾਂ ਤੇ ਮਨਨ ਕਰਦੇ ਹੋ? ਦੋਨੇ ਰੱਬ ਦੀਆਂ ਕਹੀਆਂ ਹੋਈਆਂ, ਪਰਮੇਸ਼ਰ ਦੀਆਂ ਕਹੀਆਂ ਹੋਈਆਂ ਗੱਲਾਂ ਤੇ ਕੀ ਕਰਦੇ ਨੇ? ਮਨਨ। ਐਤ ਕਿ ਹੋਗਾ ਵੀ ਆ ਵੀ ਕੁਛ ਨਹੀਂ, ਐਤ ਕਿ ਉਹ ਆ ਪੁੱਛਣਾ ਆਹ ਬੜੀ ਗੱਲ ਮਜ਼ੇਦਾਰ, ਹਾਂ ਉਹ ਕਿੱਡੀ ਜ਼ਬਰਦਸਤੀ। ਹਾਲੇਲੂਇਆ। ਇਹਨਾਂ ਤੇ ਲੱਗੇ ਰਹਿੰਦੇ। ਹੁਣ ਜਦੋਂ ਆਦਮ ਤੇ ਹਵਾ ਵੱਖਰੇ ਹੋਏ, ਹਵਾ ਨੇ ਹੋਰ ਪਾਸੇ ਦਾ ਰਾਹ ਫੜ ਲਿਆ ਤੇ ਆਦਮ ਨੇ ਹੋਰ ਪਾਸੇ ਦਾ ਰਾਹ। ਮਨਨ ਕੀ ਹੋ ਗਿਆ? ਮੈਡੀਟੇਸ਼ਨ ਕੀ ਹੋ ਗਿਆ? ਹਨਾ ਉਹ ਖਤਮ ਹੋ ਗਿਆ। ਉਹਦੀ ਥਾਂ ਤੇ ਜਗ੍ਹਾ ਕੁਝ ਹੋਰ ਸ਼ੈ ਨੂੰ ਮਿਲ ਗਈ। ਹਾਲੇਲੂਇਆ। ਸੋ ਜਿੱਦਾਂ ਆਦਮ ਤੇ ਹਵਾ ਦਾ ਇਕੱਠੇ ਰਹਿਣਾ ਬਾਗ ਦੇ ਵਿੱਚ ਜਿਹੜਾ ਬਹੁਤ ਜ਼ਰੂਰੀ ਸੀਗਾ ਨਾ। ਹਾਲੇਲੂਇਆ। ਇਸੇ ਤਰੀਕੇ ਨਾਲ ਕਲੀਸਿਆ ਦਾ ਮਸੀਹ ਦੇ ਨਾਲ ਇਕੱਠੇ ਰਹਿਣਾ ਕੀ ਹੈ ਭਲਾ? ਕਿਉਂਕਿ ਕਲੀਸਿਆ ਉਹੀ ਹਵਾ ਆ। ਹਾਲੇਲੂਇਆ। ਤੇ ਜਿਹੜਾ ਆਖਰੀ ਆਦਮ ਜਿਹੜਾ ਯਿਸੂ ਆ, ਉਹੀ ਆਦਮ ਹੈ ਨਾ। ਸੋ ਕਲੀਸਿਆ ਦੇਹ ਆ, ਯਿਸੂ ਕੀ ਆ? ਸਿਰ ਆ। ਜੁੜੇ ਹੀ ਰਹੋਗੇ ਤੇ ਉਹੀ ਚੀਜ਼ ਆਈ ਜਾਊਗੀ, ਉਹ ਸਾਨੂੰ ਬਲ ਦੇਈ ਜਾਊਗੀ। ਇਹਦੇ ਵਿੱਚੋਂ ਆਉਣ ਵਾਲੀ ਸਾਰੀ એનર્ਜੀ ਉਹ ਜਿੱਦਾਂ ਸਿਰ ਚਾਹੂਗਾ ਉਧਰ ਨੂੰ ਚੱਲੂ। ਅਲੱਗ-ਅਲੱਗ ਤੁਰੋਗੇ, ਅਲੱਗ ਰਹੋਗੇ ਤੇ ਬੜਾ ਸਮੱਸਿਆ ਖੜੀ ਹੋ ਜਾਣੀ ਹੈ। ਕਿਉਂਕਿ ਜਿਹੜੀ ਉਹ ਤਾਕਤ ਆ ਖੁਦਾ ਤੋਂ, ਮੈਂ ਕਈ ਵਾਰ ਦੱਸ ਚੁੱਕਾ, ਖੁਦਾ ਤੋਂ ਦੂਸਰੇ ਨੰਬਰ ਤੇ ਤਾਕਤ ਕਿਹੜੀ ਆ? ਹਾਲੇਲੂਇਆ। ਹਾਲੇਲੂਇਆ। ਯਾਨੀ ਕਿ ਉਹਦੇ ਕੋਲ ਪੂਰਾ ਸਾਰਾ ਸਿਸਟਮ ਹੈਗਾ ਆ ਸਾਨੂੰ ਡੇਗਣ ਦਾ, ਤੇ ਖੁਦਾ ਨੇ ਉਹਨੂੰ ਪੂਰੀ ਇਜਾਜ਼ਤ ਦਿੱਤੀ ਹੋਈ ਹੈ, ਤੂੰ ਸਿੱਟ ਲਾ ਜਿਹਨੂੰ ਸਿੱਟ ਸਕਦਾ। ਠੀਕ ਆ।
ਜਿਹਨੂੰ ਸਿੱਧ ਸਕਦਾ ਤੂੰ ਸਿੱਧ ਲਾ। ਜਿਹੜਾ ਮੇਰਾ ਹੋਊਗਾ ਨਾ ਉਹ ਡਿੱਗੂਗਾ ਨਹੀਂ। ਹਾਲੇਲੂਇਆ। ਹਾਲੇਲੂਇਆ। ਜਿਹੜਾ ਮੇਰਾ ਹੋਊਗਾ ਉਹ ਮੇਰੇ ਨਾਲ ਸੰਬੰਧ ਸਥਾਪਿਤ ਰੱਖੂਗਾ ਤੇ ਮੇਰਾ ਪੂਰਾ ਸਵਰਗ ਉਹਦੀ ਕੀ ਕਰੂਗਾ? ਰਾਖੀ ਕਰੂਗਾ। ਮੇਰਾ ਸਾਰਾ ਸਵਰਗ ਉਹਦੇ ਨਾਲ ਚੱਲੂਗਾ, ਜਿੱਥੇ ਵੀ ਉਹ ਬੈਠੂ ਉੱਠੂਗਾ। ਹਾਲੇਲੂਇਆ। ਇਸੇ ਲਈ ਲਿਖਿਆ ਹੈ ਧਰਮੀਆਂ ਦੇ ਨਾਲ ਦੂਤਾਂ ਖੁਦਾ ਦੇ ਦੂਤ ਕੀ ਲਾਉਂਦੇ ਆ? ਛਾਉਣੀ ਲਾਉਂਦੇ ਆ, ਛਾਉਣੀ। ਹਾਲੇਲੂਇਆ। ਇਸ ਲਈ ਧਿਆਨ ਕਰਨਾ ਹੈ। ਆਦਮ ਦਾ ਪਤਨ ਔਰ ਸੱਪ ਦੀ ਕੀ ਚਲਾਕੀ, ਸ਼ੈਤਾਨ ਦੀ ਚਲਾਕੀ। ਔਰ ਤੀਸਰਾ ਉਹ ਪ੍ਰੀਖਿਆ ਜਿਹੜੀ ਪਰਮੇਸ਼ਰ ਨੇ ਆਦਮ ਅਤੇ ਹਵਾ ਦੇ ਅੱਗੇ ਹਾਂ, ਜਿਹੜੀ ਪ੍ਰੀਖਿਆ ਪਰਮੇਸ਼ਰ ਨੇ ਆਦਮ ਤੇ ਹਵਾ ਦੇ ਅੱਗੇ ਰੱਖੀ ਸੀ। ਹਾਂ। ਚੌਥਾ ਆਦਮ ਨੂੰ ਡਿੱਗਣ ਵੱਲ ਲੈ ਜਾਣ ਵਾਲੇ ਕਦਮ, ਡਿੱਗਣ ਨੂੰ ਲਿਜਾਣ ਵਾਲੇ ਕਦਮ। ਸਾਨੂੰ ਦੇਖੋ ਨਾ, ਸਾਡੇ ਡਿੱਗਣ ਨੂੰ ਲਿਜਾਣ ਵਾਲੇ ਕਦਮ ਦੇਖੋ ਨਾ। ਸਾਡੀ ਗੱਲਬਾਤ ਕਿਹਦੇ ਨਾਲ ਚੱਲਦੀ ਆ? ਸਾਡੇ ਅੰਤਰਾਤਮਾ ਦੀ ਗੱਲਬਾਤ ਕਿਹੜੀ ਆਤਮਾ ਨਾਲ ਚੱਲਦੀ ਆ? ਸਾਡੀ ਪ੍ਰਾਣ ਦੀ ਸੋਚ, ਖਿਆਲਾਤ ਕਿਹਦੇ ਨਾਲ, ਕਿਹਦੇ ਵੱਲ ਨੂੰ ਜਾਂਦੇ ਆ? ਹਾਲੇਲੂਇਆ। ਲੋਕੋ ਤੇ ਕਦਮ ਦਰ ਕਦਮ ਉਹ ਕਹਿੰਦਾ ਕਿ ਪਹਿਲਾਂ ਉਹ ਥਾਂ ਤੇ ਖੜਾ ਹੋ ਗਿਆ ਜਿੱਥੋਂ ਮਨਾ ਸੀਗਾ, ਫਿਰ ਉਸ ਸ਼ੈ ਨੂੰ ਦੇਖਣਾ ਸ਼ੁਰੂ ਕਰ ਦਿੱਤਾ ਔਰ ਉਹਦੇ ਤੇ ਮੰਨਣ ਕਰਨਾ ਸ਼ੁਰੂ ਕਰਤਾ ਤੇ ਉਹ ਭਾਊ ਵੀ ਆ ਗਿਆ ਵੀ ਇਹਨੇ ਆਪਣੀ ਜਗ੍ਹਾ ਕੀ ਕੀਤੀ ਹੈ? ਛੱਡੀ ਹੈ। ਲੋਕੋ ਪਰਮੇਸ਼ਰ ਕਹਿਣਾ ਪਿਆ ਆਦਮ ਤੂੰ ਕਿੱਥੇ? ਹਾਲੇਲੂਇਆ। ਇਸ ਲਈ ਉਹ ਉਹਦੇ ਕਦਮ ਨੇ ਆ। ਸਾਡੇ ਕਦਮਾਂ ਨੂੰ ਵੀ ਆਪਾਂ ਨੂੰ ਰੋਜ਼ ਚੈੱਕ ਕਰਨਾ, ਮੇਰੇ ਜਿਹੜੇ ਕਦਮ ਨੇ ਆ ਕਿ ਖੁਦਾ ਦੀ ਰਜ਼ਾ ਦੇ ਵਿੱਚ ਰਹਿਣ ਲਈ ਆ, ਖੁਦਾ ਦੀ ਉਡੀਕ ਦੇ ਲਈ ਆ, ਜਾਂ ਮੈਂ ਆਪਣੀ ਕੋਈ ਮਤੇ ਦੇ ਨਾਲ ਆਪਣੀ ਕੋਈ ਸਵਾਦ ਪੂਰਾ ਕਰਨਾ ਚਾਹੁੰਦਾ ਹੈ, ਜਾਂ ਆਪਣੀ ਹਿਰਸ, ਆਪਣੀ ਹਵਸ, ਆਪਣੀ ਕਾਮਨਾ, ਆਪਣੀ ਇੱਛਾ, ਆਪਣੀ ਅਭਿਲਾਸ਼ਾ ਨੂੰ ਪੂਰਾ ਕਰਨਾ ਚਾਹੁੰਦਾ ਹੈ। ਉਹ ਚਾਹਤ ਮੈਨੂੰ ਜਦੋਂ ਮੈਂ ਚੈੱਕ ਕਰੂੰਗਾ ਆਪਣੇ ਆਪ ਹੀ ਸਾਰਾ ਮੇਰੇ ਜਿਹਦਾ ਨਾ ਉਹ ਡਾਟਾ ਖੁੱਲ ਜਾਣਾ, ਜਿੱਦੇ ਮੈਂ ਚੈੱਕ ਕਰੂੰਗਾ ਆਪਣੇ ਆਪ। ਹਾਲੇਲੂਇਆ। ਇਹ ਵੀ ਖੁਦਾ ਨੇ ਮੇਰੇ ਵਿੱਚ ਕੀ ਪਾਇਆ? ਇੱਕ ਪੁਰਜਾ ਪਾਇਆ ਹੋਇਆ। ਮੈਂ ਆਪਣੇ ਆਪ ਨੂੰ ਕੀ ਕਰ ਸਕਦਾ? ਚੈੱਕ ਕਰ। ਹਾਲੇਲੂਇਆ। ਇਸ ਲਈ ਚੈੱਕ ਕਰੋ, ਇਮਾਨਦਾਰੀ ਨਾ ਕਰੋ, ਤੁਹਾਡਾ ਸਾਰਾ ਸਿਸਟਮ ਤੁਹਾਡੇ ਦੇ ਸਾਹਮਣੇ ਖੜਾ ਹੋ ਜਾਊਗਾ। ਹਾਲੇਲੂਇਆ। ਕਦਮ ਦਰ ਕਦਮ ਉਹ ਕਿੰਦਾ ਗਿਆ ਡਿੱਗਣ ਦੇ, ਉਹਦੇ ਵੱਧਦੇ ਗਏ ਡਿੱਗਣ ਵੱਲ ਨੂੰ ਕਦਮ। ਸੋ ਇਹਦਾ ਮਤਲਬ ਹੈ ਸਾਡੇ ਕੋਲ ਦੇਖ ਕੇ ਸਾਡੇ ਕੋਲ ਚਾਂਸ ਹੈਗੇ ਜੇ ਡਿੱਗਣ ਵਾਲੇ ਕਦਮ ਵੱਲ ਨੂੰ ਆਪਣਾ ਕਦਮ ਚੱਕਿਆ ਨਾ ਤੇ ਆਪਾਂ ਕਦਮ ਨੂੰ ਕੀ ਕਰ ਸਕਦੇ ਹਾਂ? ਵਾਪਸ ਲੈ ਸਕਦੇ ਹਾਂ। ਹਾਲੇਲੂਇਆ। ਤੌਬਾ ਦੇ ਦੁਆਰਾ ਅਸੀਂ ਕਦਮ ਵਾਪਸ ਲੈ ਸਕਦੇ ਹਾਂ। ਹਾਂਜੀ ਹਾਂਜੀ। ਪੰਜਵੀਂ ਗੱਲ, ਪਾਪ ਦੀ ਅਸਲੀਅਤ। ਹਾਂ, ਪਾਪ ਦੀ ਅਸਲੀਅਤ ਕੀ ਸੀਗੀ ਉਹਨੂੰ ਵੀ ਆਪਾਂ ਕੀ ਕਰ ਲਿਆ? ਦੇਖ ਲਿਆ। ਹਾਂਜੀ। ਪਰਮੇਸ਼ਵਰ ਵੱਲੋਂ ਸ਼ਰਾਬ ਦਾ ਐਲਾਨ। ਹਾਂ, ਪਰਮੇਸ਼ਵਰ ਵੱਲੋਂ ਫਿਰ ਛੇਵਾਂ ਗੱਲ ਕੀ ਕੀਤੀ ਗਈ ਆ? ਸ਼ਰਾਬ ਦਾ ਐਲਾਨ ਕੀਤਾ ਗਿਆ। ਸੱਤਵੀਂ ਗੱਲ, ਪਤਨ ਦੇ ਨਤੀਜੇ। ਹਾਂ, ਪਤਨ ਦੇ ਜਿਹੜੇ ਨਤੀਜੇ ਆ, ਉਹਨਾਂ ਪਤਨ ਦੇ ਜਿਹੜੇ ਸੱਤਵੀਂ ਗੱਲ ਦੇ ਪਤਨ ਦੇ ਨਤੀਜੇ ਆ, ਉਹਦੇ ਵਿੱਚ ਆਪਾਂ ਚਾਰ ਗੱਲਾਂ ਦੇਖੀਆਂ ਕਿ ਪੰਜ? ਚਾਰ ਗੱਲਾਂ ਦੇਖੀਆਂ। ਹਾਂ, ਕਿਹੜੀ ਕਿਹੜੀ? ਨੰਬਰ 1, ਸਾਰੇ ਮਨੁੱਖ ਕਿਸੇ ਵੀ ਜਾਤੀ, ਮਜ਼ਹਬ, ਪੰਥ, ਕੌਮ ਦੇ ਕਿਉਂ ਨਾ ਹੋਣ, ਹਾਂ। ਸਾਰੇ ਹੀ ਪਰਮੇਸ਼ਰ ਦੇ ਸਾਹਮਣੇ ਸ਼ਰਾਬੀ। ਸਤਵਾਂ ਕਦਮ ਕੀ ਦੱਸਦਾ? ਸਾਰੇ ਪ੍ਰਮਾਤਮਾ ਦੇ ਸਾਹਮਣੇ ਕੀ ਆ? ਦੂਸਰੀ ਗੱਲ ਕੀ ਆ? ਸਾਰਾ ਸੰਸਾਰ ਦੰਡ, ਪ੍ਰਕੋਪ ਅਤੇ ਸ਼ਰਾਬ ਦੇ ਅਧੀਨ। ਸਾਰਾ ਦੰਡ ਦੇ, ਕੋਪ ਦੇ, ਸ਼ਰਾਬ ਦੇ ਕੀ ਆ? ਅਧੀਨ ਹੈ। ਇਹਨੂੰ ਦੰਡ ਆਉਣ ਲੱਗਾ ਹੋਇਆ ਆ। ਕੋਪ ਦੇ ਵਿੱਚ ਰਹਿੰਦੇ ਪਰਮੇਸ਼ਰ ਦੇ, ਔਰ ਸ਼ਰਾਬ ਨੇ ਪਹਿਲਾਂ ਪਿਆ ਹੋਇਆ ਆ। ਖੁਦਾ ਨੇ ਹੁਣ ਇਹਨਾਂ ਨੂੰ ਸਿਰਫ ਕੀ ਸੁਣਾਉਣਾ ਆ? ਆਪਣੇ ਜਿਹੜਾ ਉਹ ਆਗਿਆ ਸੁਣਾਉਣੀ ਆ। ਹਾਲੇਲੂਇਆ। ਆਪਣਾ ਨਿਆਂ ਸੁਣਾਉਣਾ ਆ ਵੀ ਭਾਈ ਆ ਤੇਰਾ ਡਾਟਾ ਆ, ਇਹਦੇ ਵਿੱਚ ਤੇਰਾ ਮੇਰੇ ਨਾਲ ਕੋਈ ਸਿਸਟਮ ਹੈਗਾ, ਮੇਰੀ ਵਿਧੀ ਦੇ ਅਨੁਸਾਰ ਤੂੰ ਚੱਲਿਆ ਨਹੀਂ, ਇਸ ਲਈ ਤੇਰੇ ਲਈ ਉਹ ਨਰਕ ਦੀ ਅੱਗ ਤਿਆਰ ਆ, ਜਿਹੜੀ ਮੈਂ ਕਿਹਦੇ ਲਈ ਤਿਆਰ ਕੀਤੀ ਸੀਗੀ? ਸ਼ੈਤਾਨ ਦੀ। ਆਦਮ ਦੇ ਲਈ ਨਰਕ ਦੀ ਅੱਗ ਤਿਆਰ ਨਹੀਂ। ਆਦਮ ਕਿਉਂ ਉਹਦੇ ਚ ਜਾਊਗਾ? ਆਪਣੀ ਆਜ਼ਾਦ ਇੱਛਾ ਦੇ ਕਾਰਨ। ਹਾਂਜੀ। ਤੀਜੀ ਗੱਲ, ਜਿਨ੍ਹਾਂ ਮਨੁੱਖਾਂ ਨੇ ਨਵਾਂ ਜੀਵਨ ਨਹੀਂ ਪ੍ਰਾਪਤ ਕੀਤਾ, ਹਾਂ। ਉਹਨਾਂ ਨੂੰ ਸਤਵੇਂ ਕਦਮ ਦੀ ਤੀਸਰੀ ਗੱਲ ਕੀ ਕਹਿ ਰਹੀ ਆ? ਜਿਨ੍ਹਾਂ ਮਨੁੱਖਾਂ ਨੇ ਨਵਾਂ ਜਨਮ ਨਹੀਂ ਪਾਇਆ, ਉਹ ਪਰਮੇਸ਼ਰ ਦੇ ਪੁੱਤਰ ਨਹੀਂ। ਉਹ ਪਰਮੇਸ਼ਰ ਦੇ ਕੀ ਆ? ਪੁੱਤਰ ਹੀ ਨਹੀਂ, ਸੰਤਾਨ ਹੀ ਨਹੀਂ। ਹਾਂ, ਸਗੋਂ ਸ਼ੈਤਾਨ ਦੀ ਸੰਤਾਨ ਮੰਨੀ। ਉਹ ਕਿਹੜੀ ਸੰਤਾਨ ਮੰਨੀ ਜਾਂਦੇ ਆ? ਇਹਦੇ ਤੇ ਸਵਾਲ ਕਰ ਪੁੱਛਾ ਕਿ ਉਹ ਬਾਬਾ ਜੀ ਦੀ ਸੰਤਾਨ ਵੀ ਹੈ, ਉਹ ਦੇਵੀ ਵੀ, ਉਹ ਦੇਵਤਾ ਵੀ, ਉਹ ਗੁਰੂ ਵੀ, ਉਹ ਤਾਂ ਬੰਦਾ ਬੜਾ ਨੇਕ ਆ, ਉਹਦਾ ਪਿਆਰ ਹੀ ਬਹੁਤ ਸਾਰਿਆਂ ਨੂੰ ਕਰਦਾ ਆ, ਉਹ ਤਾਂ ਦਾਨ ਪੁੰਨ ਬਹੁਤ ਕਰਦਾ ਆ।
हालेलुया। पर पुत्र क्या? शैतान का। क्यों पुत्रिया? क्योंकि ਉਹਦੇ ਅੰਦਰ ਨਵਾਂ ਜਨਮ ਹੋਇਆ ਨਹੀਂ, क्योंकि ਉਹਦੀ ਆਤਮਾ ਨੂੰ ਕੀ ਲਗਾਇਆ? ਸ਼ਰਾਪ ਲਗਾਇਆ। ਪ੍ਰਾਣ ਨੂੰ ਕੀ ਲਗਾਇਆ? ਸ਼ਰਾਪ। ਦੇਹ ਨੂੰ ਕੀ ਲਗਾਇਆ? ਸ਼ਰਾਪ ਲਗਾਇਆ। ਹਾਲੇਲੂਇਆ। ਇਸੇ ਲਈ ਵਚਨ ਪੂਰਾ ਹੋ ਰਿਹਾ ਨਾ, ਤੂੰ ਮਿੱਟੀ ਚੋਂ ਲਿਆ ਗਿਆ ਸੀ ਤੇ ਮਿੱਟੀ ਵਿੱਚ ਮਿਲ ਜਾਊਂਗਾ। ਮਿਲਦਾ ਨਾ, ਹਿੰਦੂ ਵੀ, ਮੁਸਲਮਾਨ ਵੀ, ਸਿੱਖ ਵੀ ਤੇ ਈਸਾਈ ਵੀ। ਹਾਲੇਲੂਇਆ। ਇਸ ਲਈ ਨਵਾਂ ਜਨਮ ਜਿਹੜਾ ਪਾਊਗਾ ਉਹ ਕੀ ਕੀਤਾ ਜਾਊਗਾ? ਉਹ ਇਸ ਮਿੱਟੀ ਚ ਕਿੱਥੇ ਵੀ ਸਾੜ ਦਿੱਤਾ ਜਾਵੇ, ਕਿਤੇ ਵੱਢ ਟੁੱਕ ਦਿੱਤਾ ਜਾਵੇ ਸੱਚਾਈ ਦੇ ਕਾਰਨ, ਕੁਝ ਵੀ ਉਹਨੂੰ ਕਰ ਦਿੱਤਾ ਜਾਵੇ, ਉਹਦੇ ਅੰਸ਼ ਫਿਰ ਇਕੱਠੇ ਹੋਣਗੇ, ਉਹਦੀ ਇੱਕ ਬੋਡੀ ਬਣੂਗੀ ਔਰ ਉਹਦਾ ਆਤਮਾ ਜਿਹੜਾ ਪ੍ਰਮਾਤਮਾ ਕੋ ਯਿਸੂ ਦੇ ਆਉਣ ਤੋਂ ਪਹਿਲਾਂ ਜਿਹੜਾ ਮਰਿਆ, ਉਹਦਾ ਆਤਮਾ ਫਿਰ ਉਹਦੀ ਬੋਡੀ ਦੇ ਵਿੱਚ ਸਮਾਊਗਾ। ਜਿੱਦਾਂ ਬੁੱਤ ਦੇ ਵਿੱਚ ਪ੍ਰਮਾਤਮਾ ਨੇ ਸਾਹ ਪਾਇਆ ਸੀਗਾ, ਇਦਾਂ ਹੀ ਇੱਕ ਇਹਦੀ ਬੋਡੀ ਇਕੱਠੀ ਹੋਊਗੀ, ਉਹਦੇ ਵਿੱਚ ਪ੍ਰਮਾਤਮਾ ਕੀ ਪਾਊਗਾ? ਉਹਦਾ ਹੀ ਆਤਮਾ ਜਿਹੜਾ ਉਹਦਾ ਕੋਲ ਸੇਫ ਹੈ ਇਸ ਟਾਈਮ ਆਰਾਮ ਦੀ ਜਗ੍ਹਾ 'ਚ, ਉਹਦੀ ਬੋਡੀ ਵਿੱਚ ਪਾ ਦਿੱਤਾ ਜਾਊਗਾ। ਕਿਉਂਕਿ ਦੁਸ਼ਟ ਜਿਹੜੇ ਮਰ ਰਹੇ ਯਿਸੂ ਮਸੀਹ ਤੋਂ ਬਗੈਰ ਜਿਹੜੇ ਮਰ ਰਹੇ, ਉਹ ਆਰਾਮ ਦੀ ਜਗ੍ਹਾ 'ਤੇ ਥੋੜੀ ਜਾ ਰਹੇ ਆ। ਉਹ ਕਿੱਥੇ ਜਾ ਰਹੇ ਆ? ਤੜਫਣ ਵਾਲੀ ਜਗ੍ਹਾ। ਪਰ ਯਿਸੂ ਮਸੀਹ ਨੂੰ ਮੰਨ ਕੇ ਆਪਣੀ ਮੁਕਤੀ ਦਾ ਕੰਮ ਪੂਰਾ ਕਰਕੇ ਜਿਹੜੇ ਮਰ ਰਹੇ ਇਹਨਾਂ ਦਿਨਾਂ ਵਿੱਚ, ਉਹ ਕਿੱਥੇ ਜਾ ਰਹੇ ਆ? ਸਵਰਗ ਦੇ ਵਿੱਚ ਆਰਾਮ ਦੀ ਜਗ੍ਹਾ। ਉਹਨਾਂ ਦੀ ਆਤਮਾ ਨੂੰ ਇੱਕ ਬੋਡੀ ਮਿਲੂਗੀ ਤੇ ਜਿਹੜੇ ਪਾਪੀ ਆ ਉਹਨਾਂ ਦੀ ਆਤਮਾ ਨੂੰ ਇੱਕ ਬੋਡੀ ਮਿਲੂਗੀ। ਇਹਨਾਂ ਦੀ ਆਤਮਾ ਨੂੰ ਬੋਡੀ ਮਿਲੂਗੀ ਅਨੰਤ ਜੀਵਨ ਦੇ ਵਾਸਤੇ। ਹਾਲੇਲੂਇਆ। ਪਰ ਉਹਨਾਂ ਨੂੰ ਬੋਡੀ ਕਿਹਨੂੰ ਮਿਲੀ? ਅਨੰਤ ਦੀ ਅੱਗ ਦੇ ਵਿੱਚ ਸੜਨ ਦੇ। ਹਾਲੇਲੂਇਆ। ਇਹ ਗੱਲਾਂ ਨੂੰ ਆਪਾਂ ਸਮਝਣਾ ਆ ਸਾਰਿਆਂ ਨੂੰ। ਪਰ ਸਾਡੇ ਤੇ ਕੀ ਪਿਆ ਹੋਇਆ ਹੈ ਇਸ ਟਾਈਮ? ਜਨੂਨ ਕੀ ਸਵਾਰ ਆ, ਮੇਰਾ ਘਰ ਬਣ ਜੇ, ਮੇਰਾ ਰੋਗ ਠੀਕ ਹੋ ਜਾਵੇ, ਮੇਰਾ ਵੀਜ਼ਾ, ਮੇਰੀ ਨੌਕਰੀ ਲੱਗ ਜਾਏ। ਹਾਲੇਲੂਇਆ। ਅਜੇ ਕਿ ਇਹਦੇ ਚ ਜਿਹੜੀਆਂ ਚਾਰ ਚੀਜ਼ਾਂ ਮੈਂ ਕਹੀਆਂ ਤੁਹਾਨੂੰ, ਇਹ ਚਾਰੇ ਚੀਜ਼ਾਂ ਕਿਹਦੇ ਨਾਲ ਰਿਲੇਟਡ ਆ? ਜ਼ਮੀਨ ਨਾਲ। ਤੇ ਜ਼ਮੀਨ ਨੂੰ ਕੀ ਆ? ਇਹਦਾ ਮਤਲਬ ਸ਼ਰਾਬ ਚੋਂ ਤੈਨੂੰ ਨੌਕਰੀ ਮਿਲ ਰਹੀ ਆ, ਸ਼ਰਾਬ ਚੋਂ ਤੇਰਾ ਘਰ ਬਣ ਰਿਹਾ, ਸ਼ਰਾਬ ਤੋਂ ਤੇਰਾ ਵੀਜ਼ਾ ਲੱਗ ਰਿਹਾ ਆ। ਇਹ ਸਾਰਾ ਕੀ ਆ? ਸਾਰਿਆਂ ਨੂੰ ਕੀ ਆ? ਸ਼ਰਾਬ ਆ। ਇਹਦਾ ਮਤਲਬ ਅਮਰੀਕਾ ਵਿੱਚ ਤੂੰ ਚਲੇ ਜਾਊਗਾ ਤੂੰ ਸਵਰਗ 'ਚ ਚਲਾ ਗਿਆ। ਅਮਰੀਕਾ ਵਾਲੇ ਮਰ ਕੇ ਕਿੱਥੇ ਜਾ ਰਹੇ ਆ? ਤੇਰੇ ਲਈ ਇਸ ਧਰਤੀ ਤੇ ਕੋਈ ਵੀ ਦੇਸ਼ ਤੇਰੇ ਲਈ ਢੋਈ ਨਹੀਂ। ਕੋਈ ਸੋਹਣਾ ਸੁਨੱਖਾ ਦੇਸ਼ ਹੋਵੇ, ਬਹੁਤ ਫੈਸਿਲਿਟੀਆਂ ਵਾਲਾ ਦੇਸ਼ ਹੋਵੇ, ਜਿੰਨੀਆਂ ਮਰਜ਼ੀ ਉਹਦੇ ਚ ਸਹੂਲਤਾਂ ਹੋਣ, ਕਿੱਥੇ ਲਈ ਆ? ਜ਼ਮੀਨ ਲਈ ਆ। ਸਵਰਗ ਦੀਆਂ ਸਹੂਲਤਾਂ ਉਹਨਾਂ 'ਚ ਪਾਈਆਂ ਜਾਂਦੀਆਂ। ਇਸ ਲਈ ਇਹਨਾਂ ਗੱਲਾਂ ਨੂੰ ਧਿਆਨ ਕਰੋ। ਨਵਾਂ ਜਨਮ ਹੋਣਾ, ਜਿਹੜਾ ਨਵਾਂ ਜਨਮ ਨਹੀਂ ਪਾਇਆ ਉਹ ਕੌਣ ਆ? ਸ਼ੈਤਾਨ ਦਾ ਪੁੱਤਰ ਹੈ। ਹਾਲੇਲੂਇਆ। ਅੱਜ ਕਲੀਸਿਆਵਾਂ ਵਿੱਚ 90% ਕਿਹੜੇ ਪੁੱਤਰ ਆ? ਕਲੀਸਿਆ ਵਿੱਚ ਤੌਬਾ ਕਰਕੇ ਬਪਤਿਸਮਾ ਲੈ ਕੇ ਪਵਿੱਤਰ ਆਤਮਾ ਪਾ ਕੇ ਵੀ ਕਿਹੜੇ ਪੁੱਤਰ ਆ? ਕਿਉਂਕਿ ਉਹਨਾਂ ਨੂੰ ਪਤਾ ਹੀ ਨਹੀਂ ਕਿ ਉਹਨਾਂ 'ਚ ਜਿਹੜਾ ਆਤਮਾ ਹੈ ਉਹ ਪਵਿੱਤਰ ਆਤਮਾ ਹੀ ਹੈ। ਹਾਲੇਲੂਇਆ। ਉਹਨਾਂ ਨੂੰ ਪਤਾ ਨਹੀਂ ਉਹ ਜਿਹੜਾ ਸਮਾਚਾਰ ਸੁਣ ਰਹੇ ਆ ਉਹ ਸੁਸਮਾਚਾਰ ਅਸਲੀ ਆ। ਉਹਨਾਂ ਨੂੰ ਪਤਾ ਨਹੀਂ ਜਿਹੜੇ ਯਿਸੂ ਦੇ ਉਹ ਦਰਸ਼ਨ ਦੇਖ ਰਹੇ ਆ, ਜਿਹੜੇ ਯਿਸੂ ਦੁਆਰਾ ਚੰਗੇ ਕੀਤੇ ਜਾ ਰਹੇ ਆ, ਉਹ ਅਸਲੀ ਯਿਸੂ ਆ ਕੇ। ਹਾਲੇਲੂਇਆ। ਇਸ ਲਈ ਇਹ ਸਾਰੀਆਂ ਚੀਜ਼ਾਂ ਨੂੰ ਆਪਾਂ ਕੀ ਕਰਨਾ ਹੈ? ਸਮਝਣਾ। ਸਮਝਾਂਗੇ ਤੇ ਫਿਰ ਹੀ ਛੁਟਕਾਰਾ ਹੋਣਾ ਹੈ। ਚੌਥੀ ਗੱਲ ਨਾ, ਸਾਰੀ ਮਨੁੱਖ ਜਾਤੀ ਸ਼ੈਤਾਨ ਦੁਆਰਾ ਗੁਲਾਮ ਬਣਾਈ ਗਈ। ਹਾਂ, ਸਾਰੀ ਮਨੁੱਖ ਜਾਤੀ ਸ਼ੈਤਾਨ ਦੁਆਰਾ ਕੀ ਬਣਾਈ ਹੋਈ ਆ? ਸਾਰੇ ਗੁਲਾਮ ਨੇ। ਸਾਰੇ ਭਗਤ, ਸਾਰੇ ਪੀਰ, ਸਾਰੇ ਪੈਗੰਬਰ, ਸਾਰੇ ਜਿੰਨੇ ਵੀ ਲੋਕ ਹੈ ਧਰਤੀ ਤੇ ਮਨੁੱਖ ਦੇ ਰੂਪ ਦੇ ਵਿੱਚ ਆਏ। ਉਹਨੇ ਗੁਰੂ ਦਾ ਜਾਮਾ ਪਾਇਆ ਹੈ, ਪੀਰ ਦਾ ਜਾਮਾ ਪਾਇਆ ਹੈ, ਦੇਵਤੇ ਦਾ, ਦੇਵੀ ਦਾ, ਕਿਸੇ ਵੀ ਟਾਈਪ ਦਾ। ਉਹ ਹੈਗੇ ਕੌਣ ਹੈ ਭਲਾ? ਇਹਦੇ ਗੁਲਾਮ ਆ। ਹਾਂ, ਉਹਨਾਂ ਵਿੱਚ ਕਿਹਦੀ ਸ਼ਕਤੀ ਕੰਮ ਕਰਦੀ ਆ? ਕੱਲ ਤੁਹਾਨੂੰ ਐਗਜ਼ਾਮਪਲ ਦਿੱਤੀ ਸੀ ਨਾ, ਉਹਨੇ ਦੱਸਤਾ ਪਾਦਰੀ ਦੇ ਪਿਓ ਦੇ ਮਰੇ ਦੀ ਬਾਰੇ, ਸ਼ਰਾਬ ਪੀ ਕੇ ਮਰਿਆ। ਹਾਲੇਲੂਇਆ। ਇਹਦਾ ਮਤਲਬ ਜਿਹੜਾ ਇਦਾਂ ਦੱਸ ਸਕਦਾ, ਜਿਹੜਾ ਕਹਿੰਦਾ ਆਹ ਮੁੰਡਾ ਜਿਹਦੇ ਬੱਕੀ ਦਰਦ ਦਾ ਐਸੇ ਟਾਈਮ ਦਰਦ ਠੀਕ ਕਰੂਗਾ ਜੇ ਕਹਿ ਕੇ ਚਾਹੁੰਦਾ। ਇਹਦਾ ਮਤਲਬ ਫਿਰ ਸ਼ੈਤਾਨ ਜੇਕਰ ਦੂਸਰੇ ਪਾਸਿਓਂ ਦੀ ਚੰਗਾਈ ਕਰ ਸਕਦਾ ਤੇ ਯਿਸੂ ਦੇ ਨਾਮ ਦੇ ਵਿੱਚ ਚੰਗਾਈ ਨਹੀਂ ਕਰ ਸਕਦਾ? ਉਹ ਯਿਸੂ ਦੇ ਨਾਮ ਦੇ ਵਿੱਚ ਚੰਗਾਈ ਦੇਣ ਦਾ ਅਧਿਕਾਰ ਕਿਹਨੇ ਦਿੱਤਾ ਉਹਨੂੰ? ਯਿਸੂ ਮਸੀਹ ਨੇ ਖੁਦ। ਹਾਲੇਲੂਇਆ। ਕਿਹਨੇ ਦਿੱਤਾ? ਯਿਸੂ ਮਸੀਹ ਨੇ ਖੁਦ ਦਿੱਤਾ ਅਧਿਕਾਰ ਪਾਇਆ ਕੁਝ ਨਹੀਂ। ਹਾਲੇਲੂਇਆ। ਇਹਦਾ ਆਊਗਾ, ਮੇਰਾ ਰੂਪ ਧਾਰ ਕੇ ਆਊਗਾ। ਹਾਲੇਲੂਇਆ। ਇੱਕ ਪਿਛਲੇ ਦਿਨਾਂ ਵਿੱਚ ਬਹੁਤ ਵੱਡੇ ਚਰਚ ਦੀ ਇੱਕ ਭੈਣ ਹੈ, ਬਹੁਤ ਜ਼ਬਰਦਸਤ ਪ੍ਰਚਾਰ ਕਰਦੀ ਹੈ ਤੇ ਉਹਨੇ ਵਿਚਾਰੀ ਦੇ ਪਿਓ ਭਰਮਾਈ ਗਈ। ਪਹਿਲਾਂ ਉਹਨੂੰ ਵਚਨ ਸਮਝ ਆਉਣਾ ਸ਼ੁਰੂ ਹੋ ਗਿਆ ਸੀ, ਪਰ ਫਿਰ ਉਹ ਉਸੇ ਪਾਸੇ ਨੂੰ ਲੱਗ ਗਏ ਤੇ ਕਹਿੰਦੇ ਇਦਾਂ ਦਿਆਂ ਤੇ ਵਿਸ਼ਵਾਸ ਨਾ ਕਰਿਓ ਜਿਹੜੇ ਕਹਿੰਦੇ ਵੀ ਚੰਗਾਈ ਚੁੰਗੀ ਹੈ ਨਹੀਂ। ਉਹਨਾਂ ਨੂੰ ਫਿਰ ਪੁੱਠੀ ਮੱਤ ਤੇ ਲਾਉਣਾ ਸ਼ੁਰੂ ਕਰ ਦਿੱਤਾ। ਇਹਦਾ ਮਤਲਬ ਉਹਨਾਂ ਨੂੰ ਪਤਾ ਹੈ ਜੇ ਚੰਗਾਈ ਰੋਕ ਦਿੱਤੀ ਤੁਹਾਡੇ ਕੋਲ ਲੋਕ ਆਉਣ ਦੇ ਚੰਗਾ ਹੋਣ ਲਈ ਆ। ਤੇ ਚੰਗਾਈ ਲੋਕੀ ਤੇ ਲੋਕੀ ਵੀ ਕੀ ਜਾਣੇ ਆ? ਰੁਕ ਜਾਣੇ ਆ। ਸਾਡੇ ਕੋਲ ਤਾਂ ਇੰਨੇ ਕਿ ਜਣੇ ਹੈਗੇ ਹੀ ਆ, ਉਹਨਾਂ ਕੋਲ ਇੰਨੇ ਵੀ ਰਹਿਣੇ। ਹਾਲੇਲੂਇਆ। ਹਾਲੇਲੂਇਆ।
सो आ जाओ, अगे आ जाओ। पंजवां, मनुख दी पूरी प्रकृति जिहड़ी आ, मनुख दी पूरी प्रकृति जिन्हें भी आप प्रकृति देखते हैं, कुदरत देखते हैं, हाँ कुदरत। नंबर 1 आत्मक, नंबर 2 नैतिक, नंबर 3 मानसिक ते नंबर 4 शरीरक। नंबर 1 आत्मक, नंबर 2 नैतिक, नंबर 3 मानसिक, नंबर 4 शरीरक। पाप के कारण प्रभावित हो चुकी है सारी ये चारे जिहड़ियां स्थितियां आ मनुख दियां, ये काहदे नाल प्रभावित हो चुकियां आ? पाप दे, आदम दे पाप दे नाल कुदरत दे उत्ते भी की आया है? प्रभाव आया। और किद्दां किद्दां आ? आत्मिक रीति नाल भी, है ना? की हो गया भला? आत्मिक रीति दे नाल की होया? पाप दे प्रभाव चल गया। हुण इहदे ते जिहड़े कब्जा ना पवित्र आत्मा दा नहीं, आत्मिक तौर ते किहड़ी आत्मा दा आ? शैतान दी आत्मा दा कब्जा। और दूसरा है यार नैतिक तौर ते ना, जिहड़ा आपां नैतिक तौर ते देखदे हां, इहदे विच भी किहदा कब्जा है? शैतान दा, पाप दा कब्जा है। और उस तो बाद मानसिक तौर ते, मानसिक तौर समझदे ना, मनोभाव जिहड़े ने जिहड़ी मन दी वृत्ति हैगी आ, मन दा सिस्टम है, ये भी इहदे ते भी किहदा? पाप दा, पाप दा, पाप दा जिहड़ा ने कीता पाप ओहदा प्रभाव है। शैतान ने पाप करवाता, हुण पाप दे थ्रू ही इहदे ते की करदा? राज कर रहा है। शैतान को वसीला किया आदम ते राज करन दा? पाप, पाप दा ही प्रभाव है। ठीक है, मानसिक तौर ते भी किहदा प्रभाव है? पाप दा प्रभाव है। हालेलुया, हालेलुया, हालेलुया। मिसाल के तौर पर तुसीं जेकर आत्मा च बल नहीं पाया, फेसबुक नूं चलाओ, उन्हें तां नूं चक्की जाओ, विच किन्ना गंद मंद आउंदा आउंदा कि नहीं? फिल्मी तो लैके जो भी गंद मंद जिन्ना भी आउंदा कि नहीं? कई बार नजर की हुंदी आ टिक जांदी, जो प्रोग्राम चलदा चलदा कि हुंदा उत्थे ही रुक जांदा। किहदा प्रभाव है? हाँ, पाप दा प्रभाव। वो कहंदा फिर कर ला। हालेलुया। वो प्रभाव काहदे नहीं पा रहा? फिर कर ला। पर जिहड़ा आत्मा च बल पाया हुआ इंसान है, प्रभु यीशु मसीह दे विच चल रहा इंसान है, जिहड़ा शुद्ध किया गया इंसान है, ਉਹਦੇ सामने वो चीज आऊगी, सामने ਉਹਦੇ भी आऊगी, पर वो की कर दूगा? ਤੇ ਜਿਹਨੇ बल नहीं पाया वो उत्थे रुक जूगा। हालेलुया। सो मानसिक तौर पर भी की किया है? हालेलुया। कई इदा से मोबाइल के खेडद उत्ते चल जी ना, उपर अचानक चल जीदा तो एकदम उन्होंने रंग उड़ जाते। तू मोबाइल के कहते तेरे रंग कदों उड़ गए भी ठीक है, तू साडा विश्वास है, तू विश्वासी हाँ, तू प्रभु के कोई वचन सुन रहा होना या कुछ गीत सुन रहा होना, तो तेरे रंग तो दौड़ पर कदों जवान ही बदल गई। पासी करता किसी इधर उधर करता गया। वो कसूर साडा निगा, प्रभाव किहदा है? ते पाप के प्रभाव तो आजाद किहड़ा किया जाऊगा? जिन्हें आत्मा च बल पाया होगा। किहदे विच? जिन्हें आत्मा च बल पाया। हालेलुया, हालेलुया। साडे छोटी पोती आ, वो भी फोन देखदी हुंदी आ। असीं क्यों एक भाई ने दिता है, की सीगा? सुपर बुक। हाँ, मैं कहा जदों सुपर बुक तो कोई होर बुक अगे आ गई ना ते तेरा ठुक हो जाना। हालेलुया, हालेलुया। तो भी कई बार अपने कार्टून कूटून के वाले पासे चल जाती, तो जो फिर मैं अचानक फिर मैं अचानक मेरे को आया ना सुपर बुक लाती, सुपर बुक लाती आ गया। हालेलुया। ये बच्चों तक भी किहदा प्रभाव है? बच्चों तक देखो शैतान ने अज किद्दां कब्जा कर लिया। सुरत आउंदी नहीं बच्चे ने, बच्चे पता नहीं फोन हुंदा क्या, ना उन्हें फोन का नाम लेना आउंदा है। दुध चुंगदा बच्चा भी दुध तां ही चुंगूगा जेकर उहदे अगे फोन खोलिया जाऊगा। प्रभाव कितना दा 10 बजे एक बार असीं बंदगी करन गए, तो बिल्कुल छोटा बच्चा कोई 3 महीने का, तो कितने सामने जो माँ बाप ने करना बच्चे ने करना ही लिखना,
ਉਹ ਉਹਦੇ ਸਾਹਮਣੇ ਦੇਖਦੇ ਰਹਿੰਦੇ ਸੀ ਤੇ ਉਹਨੂੰ ਸਕਰੀਨ ਜਗੀ ਚਾਹੀਦੀ ਆ, ਸਕਰੀਨ 'ਚ ਕੁਝ ਵੀ ਹੋਵੇ ਕੁਝ ਨਹੀਂ, ਫੋਨ ਜਗਦਾ ਹੋਣਾ ਚਾਹੀਦਾ। ਫਿਰ ਉਹਨੇ ਮੂੰਹ 'ਚ ਬੋਤਲ ਪਾਉਣੀ ਆ, ਨਹੀਂ ਤਾਂ ਨਹੀਂ, ਪਿੱਟੀ ਜਾਣਾ। ਹਾਲੇਲੂਇਆ। ਏਦਾਂ ਇੱਕ ਹੀ ਨਿਗਾਹ ਤਕਰੀਬਨ ਸਾਰੇ ਬੱਚਿਆਂ ਦਾ ਇਹ ਹਾਲ ਹੋ ਗਿਆ। ਬੱਚਿਆਂ ਦਾ ਹਾਲ ਕਿਉਂ ਗਿਆ? ਬੱਚਿਆਂ ਤੋਂ ਪਹਿਲਾਂ ਕਿਹਨੂੰ ਫੜ ਲਿਆ? ਮਾਂ ਪਿਓ ਨੂੰ ਫੜ ਲਿਆ। ਬੱਚੇ ਬਣਾ ਰਹੇ ਇਹਦੇ ਵਿੱਚ ਕੁਝ ਹੈਗਾ ਆ ਇਸ ਸਿਸਟਮ, ਇਹਨੂੰ ਦੇਖਣਾ ਚਾਹੀਦਾ। ਤੇ ਤੁਹਾਨੂੰ ਪਤਾ ਗੰਦਮੰਦ ਸ਼ੈਤਾਨ ਨੇ ਭਰਿਆ ਪਿਆ, ਉਹ ਬੱਚਿਆਂ ਦੇ ਸ਼ੁਰੂ 'ਚ ਦਿਮਾਗ 'ਚੋਂ ਕੀ ਹੁੰਦਾ ਜਾ ਰਿਹਾ। ਇਸੇ ਲਈ ਇੱਕ ਭਾਈ ਬਹੁਤ ਗਰਮ ਹੋਇਆ ਪਿਛਲੇ ਦਿਨਾਂ 'ਚ, ਕਹਿੰਦਾ ਜਿਹੜੀਆਂ ਨੈਟ ਤੇ ਕਲਾਸਾਂ ਚੱਲ ਰਹੀਆਂ ਇਹ ਤਾਂ ਬਿਲਕੁਲ ਹੀ ਬੱਚਿਆਂ ਦੀ ਬਰਬਾਦੀ ਆ। ਹੁਣ ਫੇਸਬੁੱਕ ਤੇ ਪਾਇਆ, ਕਹਿੰਦਾ ਇਹ ਤਾਂ ਸ਼ੈਤਾਨ ਦਾ ਪੂਰੀ ਚਾਲ ਹੈ, ਇਹਦੇ ਮਤਲਬ ਬੱਚੇ ਕੁਝ ਕਰ ਹੀ ਨਹੀਂ ਸਕਣਗੇ ਕਿਉਂਕਿ ਉਹ ਸਾਡੇ ਸਾਹਮਣੇ ਹੋ ਜਾ ਕਰਦੇ, ਬਾਅਦ 'ਚ ਸਾਡੇ ਉਹ ਫੋਨ ਜ਼ਬਰਦਸਤੀ ਲੈਂਦੇ ਆ, ਮੈਂ ਕਲਾਸ ਦਾ ਕੰਮ ਕਰਨਾ ਹੈ, ਇਹ ਕੰਮ ਕੁਝ ਹੋਰ ਹੀ ਕਰਨ ਲੱਗ ਪੈਂਦਾ। ਹਾਲੇਲੂਇਆ। ਮਾਨਸਿਕਤਾ ਦੇ ਕੀ ਹੋ ਗਿਆ ਭਲਾ? ਪਾਪ ਦਾ ਪ੍ਰਭਾਵ ਆਇਆ ਹੋਇਆ ਹੈ, ਇਸ ਲਈ ਬਚ ਜਾਓ। ਇਸ ਸਲਾਹ ਇਹੀ ਹੈ, ਜੇਕਰ ਆਤਮਾ ਵਿੱਚ ਬਲ ਨਹੀਂ ਪਾਇਆ ਤੇ ਫੋਨ ਨੂੰ ਬਿਲਕੁਲ ਬੰਦ ਕਰ ਦਿਓ, ਸੁੱਚਾਂ ਵਾਲਾ ਫੋਨ ਲੈ ਲਓ। ਕਿਹੜਾ ਫੋਨ? ਸੁੱਚਾਂ ਵਾਲਾ, ਜਿਹੜਾ ਪਹਿਲਾਂ ਹੁੰਦਾ ਸੀਗਾ, ਜਿਹਦੇ ਚ ਕੋਈ ਸਿਰਫ ਨੰਬਰ ਹੀ ਆਉਂਦਾ ਫੋਨ ਦਾ। ਤੇ ਜੇ ਆਤਮਾ ਚ ਬਲ ਹੈ ਤੇ ਉਹ ਫੋਨ ਲਵੋ ਤੇ ਉਹਦੇ ਚ ਸਮਰਪਣ ਦੇ ਵਿੱਚ ਇਦਾਂ ਰਹੋ ਕਿ ਮੈਂ ਇਹਦੇ ਚ ਅਗਰ ਸੁਣਨਾ ਤੇ ਪ੍ਰਮਾਤਮਾ ਦਾ ਵਚਨ, ਪ੍ਰਭੂ ਦੇ ਭਜਨ। ਹਾਲੇਲੂਇਆ। ਇਸ ਤੋਂ ਇਲਾਵਾ ਕੁਝ ਨਹੀਂ। ਤੇ ਜੇ ਇਹ ਨਹੀਂ ਤੇ ਫਿਰ ਇਹਨੇ ਤੁਹਾਨੂੰ ਫੜ ਲੈਣਾ ਹੈ ਤੇ ਤੁਹਾਡੀ ਮਾਨਸਿਕਤਾ ਤੇ ਪ੍ਰਭਾਵ ਪਾਉਣਾ ਹੈ। ਨਾ ਤੁਸੀਂ ਪੜਨ ਜੋਗੇ, ਨਾ ਜੌਬ ਕਰਨ ਜੋਗੇ। ਤੇ ਤੁਹਾਡੀਆਂ ਅੱਖਾਂ ਦੇ ਪਏ ਹੋਏ ਆ ਕਾਲੇ ਘੇਰੇ ਇਹ ਦੱਸ ਦਿੰਦੇ ਆ ਕਿੰਨੇ ਘੰਟੇ ਤੋਂ ਫੋਨ ਦੇ ਵਿੱਚ ਏਦਾਂ ਟਿਕ-ਟਕੀ ਲਗਾਉਣਾ ਹੈ। ਹਾਲੇਲੂਇਆ। ਸਵੇਰ ਨੂੰ ਜਿਹੜੀ ਤੈਨੂੰ ਨੀਂਦ ਖੁੱਲਦੀ ਨਾ ਜਾ ਕੇ 10 ਵਜੇ, ਉਹ ਵੀ ਚੀਜ਼ ਕੀ ਕਰਦੀ ਆ? ਦੱਸ ਦਿੰਦੀ ਵੀ ਕਿੰਨੀ ਦੇਰ ਤੱਕ ਖੇਡਿਆ। ਹਾਲੇਲੂਇਆ। ਹਾਲੇਲੂਇਆ। ਹੁਣ ਕਈਆਂ ਘਰਾਂ 'ਚ ਵਿਚਾਰਾ ਕੋਈ ਗੁੰਜਾਇਸ਼ ਨਹੀਂ ਸਾਰੇ ਬੱਚਿਆਂ ਨੂੰ ਫੋਨ ਲੈਣ ਦੀ, ਉਹਨਾਂ ਨੇ ਵਾਰੀਆਂ ਬੰਨੀਆਂ ਪਈਆਂ। 2 ਘੰਟੇ ਪਾਪਾ ਨੇ, 2 ਘੰਟੇ ਬੀਬੀ ਨੇ, 2 ਘੰਟੇ ਫਿਰ ਛੋਟੂ ਨੇ, 2 ਘੰਟੇ ਫਿਰ ਛੋਟੀ ਨੇ। ਛੋਟੀ ਦੀ ਵਾਰੀ ਜਦੋਂ ਆਉਂਦੀ ਉਦੋਂ 12 ਵੱਜ ਜਾਂਦੇ ਆ ਤੇ ਛੋਟੀ ਨੇ ਫਿਰ ਆਪਣੇ 2 ਘੰਟੇ ਪੂਰੇ ਕਰਨੇ ਆ। ਕਿੰਨੇ ਵਜੇ ਤੱਕ ਕਰੂਗੀ? 2 ਵਜੇ ਤੱਕ। ਤੇ ਜੇ ਸਾਰਿਆਂ ਕੋਲ ਫੋਨ ਆ ਤੇ ਠੀਕ ਹੈ, 2 ਵਜੇ ਤੱਕ ਨਹੀਂ 12 ਵਜੇ ਤੱਕ ਆਪਣਾ ਕੰਮ ਚਲਾਉਣਗੇ ਸਾਰੇ। ਹਾਲੇਲੂਇਆ। ਇਹ ਜਿਹੜੀਆਂ ਚੀਜ਼ਾਂ ਹੈ ਇਹਨਾਂ ਤੋਂ ਕੀ ਹੋ ਜਾਓ? ਖਬਰਦਾਰ ਹੋ ਜਾਓ। ਬੱਚਿਆਂ ਦੇ ਹੱਥ 'ਚ ਫੋਨ ਆ ਤੇ ਇਹਨਾਂ ਤੇ ਅਚਾਨਕ ਛਾਪੇ ਪੈਣੇ ਚਾਹੀਦੇ ਆ। ਫੋਨ ਜਿੱਦਾਂ ਹੀ ਦੇਖ ਰਹੇ ਇੱਕਦਮ ਏਦਾਂ ਖੋਣਾ ਆ, ਬੜੀ ਸਪੀਡ ਨਾਲ, ਕਿਉਂਕਿ ਉਹ ਵੀ ਸਿਸਟਮ ਏਦਾਂ ਮਾੜਾ ਜਿਹਾ ਸੋਚਣਾ ਪਿਆ ਤੇ ਉਹ ਪ੍ਰੋਗਰਾਮ ਪਰੇ ਹੋ ਜਾਣਾ। ਚੋਰੀ ਛਿਪੇ ਜਾ ਕੇ ਹੁਣ ਪਤਾ ਨਾ ਲੱਗੇ, ਮਗਰ ਏਦਾਂ ਹੀ ਖੋਲੋ ਤੇ ਨਾਲ ਹੀ ਦੇਖ ਲਓ ਕੀ ਕਰਦਾ। ਚੈਟਿੰਗ ਵੀ ਸਾਹਮਣੇ ਆ ਜਾਣੀ, ਸਾਰਾ ਕੁਝ ਸਾਹਮਣੇ ਆ ਜਾਣਾ। ਫਿਰ ਜਦੋਂ ਉਹਦੀ ਚੋਰੀ ਫੜੀ ਜਾਓਗੀ ਫਿਰ ਤੁਹਾਡੇ ਤੋਂ ਡਰੂਗਾ, ਫਿਰ ਤੁਸੀਂ ਨਾਮ ਵੀ ਦਓਗੇ, ਫਿਰ ਮੰਗੂਗਾ ਨਹੀਂ। ਆਹ ਲਾ ਜਾਏ। ਹਾਲੇਲੂਇਆ। ਸੋ ਆਓ ਮਾਨਸਿਕਤਾ ਦੀ ਗੱਲ ਕਰਦੇ ਹਾਂ। ਮਾਨਸਿਕ ਤੌਰ ਤੇ ਵੀ ਕਿਹੜਾ ਪ੍ਰਭਾਵ ਆ ਗਿਆ? ਪਾਪ ਦਾ। ਤੇ ਸਰੀਰਕ ਤੌਰ ਤੇ ਵੀ ਮਾਨਸਿਕ ਤੇ ਆਇਆ ਆ ਤੇ ਸਰੀਰ ਨੇ ਕਿਰਿਆ ਕਰਨੀ ਆ। ਮਨ 'ਚ ਜੋ ਆਇਆ ਆ ਸਰੀਰ ਨੇ ਉਹ ਕਰਨਾ ਆ। ਮਨ ਕਹਿੰਦਾ ਮੈਂ ਨਹਾਉਣਾ ਆ, ਸਰੀਰ ਨੇ ਕੀ ਕਰਨਾ ਹੈ? ਨਹਾਉਣਾ। ਮਨ ਕਹਿੰਦਾ ਮੈਂ 30 ਦਿਨ ਨਹੀਂ ਨਹਾਉਣਾ ਤੇ ਸਰੀਰ ਨੇ ਕਹਿਣਾ ਆ ਠੰਡ ਆ, ਸਰਦੀਆਂ 'ਚ ਆਪਾਂ ਨਹਾਉਣਾ ਨੇ, ਮੂੰਹ ਧੋ ਲਿਆ ਕਰਨਾ, ਸਰਦੀਆਂ ਤੋਂ ਉਦਾਂ ਹੀ ਗੋਰੇ ਹੁੰਦੇ। ਕਿਸੇ ਨੂੰ ਕਿਹੜਾ ਪਤਾ ਲੱਗਣਾ? ਜਿਆਦਾ ਗੱਲ ਹੈ ਸਿਰ ਧੋ ਲਾਂਗੇ। ਹਾਲੇਲੂਇਆ। ਉਹ ਮਨ ਵਿੱਚ ਜਿੱਦਾਂ ਕਹਿੰਦਾ ਹੈ ਕਰਦੇ ਕਿ ਨਹੀਂ? ਇਸ ਲਈ ਮਨ ਨੇ ਦੇ ਉੱਤੇ ਪ੍ਰਭਾਵ ਆ ਗਿਆ ਤੇ ਸਰੀਰ ਦੀ ਕਿਰਿਆ ਦੇ ਵਿੱਚ ਉਹ ਆਪਣੇ ਆਪ ਹੀ ਨਜ਼ਰ ਆਉਣਾ ਸ਼ੁਰੂ ਹੋ ਜਾਂਦਾ ਆ। ਇਹ ਸਾਰਾ ਸਿਸਟਮ ਪਾਪ ਦਾ। ਇਹ ਗੱਲਾਂ ਜਦੋਂ ਆਪਾਂ ਸਿੱਖ ਰਹੇ ਹਾਂ, ਇਹਦੇ 'ਚ ਆਪਾਂ ਨੂੰ ਕੁਝ ਸਮਰਪਣ ਲੈਣੀ ਬਹੁਤ ਜ਼ਰੂਰੀ ਆ, ਕਿਉਂਕਿ ਸਮੇਂ ਬੁਰੇ ਆ। ਕੋਈ ਵੀ ਇੱਕ ਦੂਸਰੇ ਨੂੰ ਏਦਾਂ ਦੀ ਤਸੱਲੀ ਦੇ ਕੇ ਨਾ ਰਹੋ ਵੀ ਆਉਣ ਵਾਲੇ ਦਿਨਾਂ 'ਚ ਸੂਤ ਆ ਜਾਣਾ, ਆਉਣ ਵਾਲੇ ਦਿਨਾਂ 'ਚ ਘਰ ਬਣ ਜਾਣਾ, ਆਉਣ ਵਾਲੇ ਦਿਨਾਂ 'ਚ ਵੀਜ਼ਾ ਲੱਗ ਜਾਣਾ। ਆਉਣ ਵਾਲੇ ਦਿਨਾਂ 'ਚ ਮੈਨੂੰ ਇਕਬਾਲ ਜੀ ਨੇ ਭੇਜਿਆ, ਮੈਂ ਹੁਣ ਇਹ 'ਚ ਦੁਕਾਨ ਦਾ ਬਾਅਦ 'ਚ ਪਾਉਣਾ। ਇੱਕ ਗੋਰਾ ਭਾਈ ਆ, ਉਹ ਉਹਨਾਂ ਦੀ ਕਲੀਸਿਆ ਦੇ 229 ਮੈਂਬਰ ਅਫਗਾਨਿਸਤਾਨ ਦੇ ਵਿੱਚ ਉਹਨਾਂ ਨੇ ਕਬਜ਼ਾ ਕਰ ਲਿਆ ਤਾਲਿਬਾਨ ਨੇ, ਔਰ ਉਹਨਾਂ ਦੀਆਂ ਧੌਣਾਂ ਲਾਉਣੀਆਂ। ਹੁਣ ਉਹਨਾਂ ਟਾਈਮ ਦਿੱਤਾ ਉਹਨਾਂ ਨੂੰ ਤੇ ਉਹਨਾਂ ਨੇ ਪ੍ਰਾਰਥਨਾ ਰਿਕੁਐਸਟ ਪਾਈ ਹੈ, ਜਿੱਥੇ ਜਿੱਥੇ ਵੀ ਫਟਾਫਟ ਪ੍ਰਾਰਥਨਾ ਭੇਜ ਦਿਓ, ਪ੍ਰਭੂ ਦੀ ਕਿਰਪਾ ਹੋਵੇ ਤੇ ਉਹਨਾਂ ਲੋਕਾਂ ਨੂੰ ਕੀ ਮਿਲੇ? ਬਲ ਮਿਲਦੇ। ਤੇ ਅਸਲ ਵਿੱਚ ਉਹਨਾਂ ਦੇ ਵਿੱਚ ਸ਼ੈਤਾਨ ਨੇ ਕੀ ਫਤੂਰ ਭਰਿਆ? ਅਸੀਂ ਇਹਨਾਂ ਦੀਆਂ ਧੌਣਾਂ ਲਾਵਾਂਗੇ, ਇਹ ਹੈਗੇ ਕਾਫਰ। ਇਹ ਕੌਣ ਹੈ? ਮੁਸਲਮਾਨਾਂ ਦੇ ਸਾਹਮਣੇ ਸਾਰੀਆਂ ਜਾਤੀਆਂ ਕੌਣ ਆ? ਚਾਹੇ ਈਸਾਈ ਹੋਵੇ ਕੋਈ ਵੀ ਹੋ ਗਿਆ, ਕਾਫਰ ਆ। ਤੇ ਉਹਨਾਂ ਦੇ ਹਿਸਾਬ ਨਾਲ ਇਹ ਕਾਫਰ ਜੋ ਕੋਈ ਮਾਰਿਆ ਜਾਂਦਾ ਹੈ ਤੇ ਉਹਨਾਂ ਨੂੰ ਪਰੀਆਂ ਮਿਲਦੀਆਂ ਉੱਤੇ ਸਵਰਗ ਵਿੱਚ। ਉਹਨਾਂ ਨੂੰ ਮਿਲਦੀਆਂ ਪਰੀਆਂ ਮਿਲਦੀਆਂ, ਸਹੂਲਤਾਂ ਮਿਲਦੀਆਂ। ਸਵਰਗ ਵਿੱਚ ਉਹਨਾਂ ਦਾ ਸਿਸਟਮ ਆ ਵੀ ਇਹਨੇ ਇੱਕ ਧਰਮ ਦਾ ਕੰਮ ਕੀਤਾ।
ਸੋ ਉਹ ਉਹਨਾਂ ਨੂੰ ਇਹ ਤਾਂ ਨਹੀਂ ਹੈ ਯਾਨੀ ਕਿ ਅਫਸੋਸ ਥੋੜੀ ਹੁੰਦਾ, ਮਾਰ ਕੇ ਬੜੇ ਖੁਸ਼ ਹੁੰਦੇ ਆ ਔਰ ਕਤਲ ਕਰਦੇ ਔਰ ਪੂਰੇ ਬੇਰਹਿਮੀ ਨਾਲ ਕਤਲ ਕਰਦੇ ਆ। ਤੇ 229 ਫਸ ਗਏ, ਉੱਥੇ ਇੱਕ ਸ਼ਹਿਰ ਆ ਉਹ ਜਗ੍ਹਾ ਤੇ ਉਹਨਾਂ ਕਬਜ਼ਾ ਕਰ ਲਿਆ। ਸੋ ਤੁਸੀਂ ਅੱਜ ਹੁਣ ਵੀ ਆਪਾਂ ਪ੍ਰਾਰਥਨਾ ਪਹਿਲਾਂ ਪ੍ਰਾਰਥਨਾ ਕਰਦੇ ਹਾਂ, ਬਾਅਦ ਚ ਵੀ ਤੁਸੀਂ ਅੱਜ ਸ਼ਾਮ ਨੂੰ ਪ੍ਰਾਰਥਨਾ ਕਰੋ ਪ੍ਰਭੂ ਫਿਰ ਪ੍ਰਾਰਥਨਾ ਕਰਦੇ ਪਹਿਲਾਂ ਫਿਰ ਕੀ ਵਚਨ ਸੁਣਦੇ ਦਿਨਾਂ ਤੇ ਆਤਾ ਕੇ ਖੁਦਾਵੰਦ ਧੰਨਵਾਦ ਪ੍ਰਭੂ। ਜਦੋਂ ਤਾਲਿਬਾਨੀਆਂ ਨੇ ਖੁਦਾਵੰਦ ਅਫਗਾਨਿਸਤਾਨ ਦੇ ਵਿੱਚ ਪ੍ਰਭੂ ਉਹਨਾਂ ਤੇਰੇ ਲੋਕਾਂ ਨੂੰ ਖੁਦਾਵੰਦ ਕਬਜ਼ੇ ਵਿੱਚ ਲੈ ਲਿਆ ਪ੍ਰਭੂ, ਤੂੰ ਹੀ ਆਪਣੇ ਲੋਕਾਂ ਨੂੰ ਉਸ ਟਾਈਮ ਹੁਣ ਬਲ ਦੇ, ਤੇਰਾ ਪਵਿੱਤਰ ਆਤਮਾ ਹੀ ਉਹਨਾਂ ਨੂੰ ਸਹਿਣ ਦੀ ਸ਼ਕਤੀ ਦੇ ਦੇਵੇ ਖੁਦਾਵੰਦ, ਔਰ ਤੇਰੀ ਪੌਣੀ ਉਹਨਾਂ ਦੇ ਜੀਵਨਾਂ 'ਚ ਪੂਰੀ ਹੋ, ਉਹ ਤੇਰੇ ਸਵਰਗ ਦੇ ਵਾਸੀ ਹੋ ਖੁਦਾਵੰਦ, ਉਹ ਕੋਈ ਵੀ ਖੁਦਾ ਉਹਨਾਂ ਦੇ ਅੱਗੇ ਝੁਕ ਨਾ ਜਾਏ, ਐਸੀ ਕਿਰਪਾ ਕਰਦੇ ਹਾਂ ਖੁਦਾਵੰਦ। ਇਹ ਸਥਿਤੀ ਆਉਣ ਵਾਲੇ ਦਿਨਾਂ 'ਚ ਇੰਡੀਆ ਵਿੱਚ ਵੀ ਹੋਣ ਜਾ ਰਹੀ ਆ, ਔਰ ਇੰਡੀਆ ਵਿੱਚ ਵੀ ਜੋ ਸੈਂਟਰ ਬਣਾ ਦਿੱਤੇ ਗਏ ਜਿੱਥੇ ਲੋਕਾਂ ਨੂੰ ਪਹੁੰਚਾ ਦਿੱਤਾ ਜਾਣਾ ਹੈ, ਉਹ ਖੁਦਾਵੰਦ ਇਹ ਸਾਡੇ ਤੇ ਵੀ ਆ ਸਕਦਾ ਹੈ। और ऐसी इसी लिए प्रार्थना करते किसी पे भी ये पाना ना वापरे प्रभु, और हर एक जन अगर आवे तो उसे जमात चो निकल जावे, बड़ी कृपा करते प्रभु यीशु मसीह नाम आमीन हालेलुया हालेलुया। सो पाप का प्रभाव है इस टाइम सारे पासे, सो ਉਹਦੇ ਕਾਰਨ इफ्सियों 2 अध्याय 18 4 अध्याय 18 पहले ए पॉइंट लिख लो, फिर मैं आयता बाद से दे देना, ए बी सी डी पॉइंट लिखो फिर आता दे देना। पंजवीं गल की आप देख रहे हैं, आत्मिक तौर पर, नैतिक तौर पर, मानसिक तौर पर, शरीरक तौर पर की हो गया है पाप का प्रभाव मनुख जाति ते पिया होया। उहदे लई पहली गल आप देखते हैं ए पॉइंट बुद्धि हनेरी हो गई है। ए पॉइंट देख के लिखो बुद्धि की होगी, भला हनेरी होगी। बुद्ध की होगी भाई, हनेरी होगी। एक तो अखा तो नहीं रहा एक बुद्ध होगी, बुद्ध होगी बुद्ध हनेरी अखा दे हनेरे तो क्या ज्यादा भयंकर, बुद्ध हनेरी होगी। बी पॉइंट थले लिखो, मन जिहड़े आ छल अते कपट नाल भरे हुए आ। मनां दे विच की आ गया, छल ते कपट आ गया, इहदे नाल की होए आ, भरे पे आ। थोड़ा बहुत निका किन्ना आ, भरे पे छल कपट दे। सी पॉइंट मन अते विवेक मैले हो गए हैं। की हो गए हैं, मैले हो गए। मन ते विवेक की हो गए हैं, मैले हो गए। डी शरीर अते आत्मा दोनों मैले हो गए। ये जिहड़ा मनुख जाति ते आत्मिक, नैतिक, मानसिक और शरीरक तौर पर पाप का प्रभाव पाया, ਉਹਦੇ ਨਾਲ ਆ ਇਹ ਸਿੱਟੇ ਨਿਕਲ ਕੇ ਆਏ ਆ। और ई पॉइंट इच्छा जिहड़ी आ वो बुरी हो गई। इच्छा की हो गई आ, बुरी हो गई या कमजोर हो गई। ब्रैकेट में लिख लो इच्छा कमजोर हो गई, यानी कि इच्छा तो करता है पर जो इच्छा करके कर देना चाहिए वो हुंदा नहीं। इच्छा की हो गई है, कमजोर हो गई अपनी इच्छा ना। हम जो मैं कह रहा भाई ठीक है भी आप सवेरे सवेरे 4 बजे उठ के प्रार्थना करनी चाहिए, हम इच्छा तो कर ली है, मन बड़ा खुश है प्रभु अज तो मैं सवेरे में उठ के 4 बजे प्रार्थना करनी, तो सवेरे हालत इदा की हुई होनी है, फिर उठ के आप खड़े भी कर दो फिर की होना है ना, फड़ के खाल दो तो बाल्टी पानी की पा दो फिर नहा के की हो जाएगा। हालेलुया। करन दी की करन ली इच्छा हैगी आ, पर इच्छा के अनुसार कर्म होने के लिए बल हैगा नहीं। हाँ एफ असी परमेश्वर दे हरेक गुण तो पूरी तरह रहते हैं। आदम जो आदम के बाग के बनाया सी परमेश्वर के की सी गुण, पर हुण ये आदम किया परमेश्वर के गुणों तो बिल्कुल किया भला रहते आ। गुण कोई पाया जाता ही नहीं, सारे गुण की हो गए औगण हो गए। गुण कहना बदल गए भला औगुणा दे विच बदल गए, प्यार नफरत च बदल गया, मेल मिलाप फुटा बिरदा दे विच चला गया। हालेलुया।
संगत ਜਿਹੜੀ ਕੁਸੰਗਤ ਹੋ ਗਈ, ਸਾਰਾ ਕੁਝ ਕੰਮ ਖਰਾਬ ਹੋ ਗਿਆ। ਹੁਣ ਇਹਨਾਂ ਨੂੰ ਵਚਨਾਂ 'ਚ ਦੇਖਦੇ ਹਾਂ। ਪਹਿਲੀ ਗੱਲ, ਬੁੱਧ ਕੀ ਹੋ ਗਈ ਭਲਾ? ਹਨੇਰੀ ਹੋ ਗਈ। ਉਹਨੂੰ ਦੇਖ ਕੇ ਫਿਰ ਆਪਾਂ ਪ੍ਰਾਰਥਨਾ ਕਰਦੇ ਹਾਂ। ਖੁਦਾ ਚਾਹੂਗਾ ਕੱਲ ਨੂੰ ਅਸੀਂ ਇਹਨਾਂ ਸਾਰੇ ਪੁਆਇੰਟ ਨੂੰ ਧਿਆਨ ਦੇਣਾ ਸੁਣਾ। ਇਹਦੇ ਵਿੱਚ ਇੱਕ ਦੇਖ ਲਓ, ਇਫਸੀਓ 4:18 ਆਏ। ਉਹਨਾਂ ਦੀ ਬੁੱਧ ਹਨੇਰੀ ਹਾਂ, ਹੋਈ ਵਚਨ ਕੀ ਦੱਸਦਾ ਆ? ਉਹਨਾਂ ਦੀ ਬੁੱਧ ਕੀ ਹੋ ਗਈ ਭਲਾ? ਹਨੇਰੀ ਹੋ ਗਈ। ਅਤੇ ਉਸ ਅਗਿਆਨ ਦੇ ਕਾਰਨ ਉਸ ਅਗਿਆਨਤਾ ਦੇ ਕਾਰਨ ਜੋ ਉਹਨਾਂ ਵਿੱਚ ਹੈ ਅਤੇ ਆਪਣੇ ਮਨ ਦੀ ਕਠੋਰਤਾ ਦੇ ਔਰ ਕਾਰਨ ਆਪਣੇ ਮਨ ਦੀ ਕਠੋਰਤਾ ਦੇ ਕਾਰਨ ਉਹ ਪਰਮੇਸ਼ਰ ਦੇ ਜੀਵਨ ਤੋਂ ਅੱਡ ਹੋਏ ਹੋਏ ਪ੍ਰਮਾਤਮਾ ਦਾ ਜਿਹੜਾ ਜੀਵਨ ਹੈ ਉਹਦੇ ਤੋਂ ਵੀ ਕੀ ਹੋ ਗਏ ਭਲਾ? ਅੱਡ ਹੋ ਗਏ। ਪ੍ਰਮਾਤਮਾ ਦਾ ਜੀਵਨ ਨਾ ਹੋਣ ਦੇ ਕਾਰਨ ਇਹਨਾਂ ਤੇ ਕੀ ਆ ਰਹੀ ਆ? ਮੌਤ ਆ ਰਹੀ। ਅੱਗੇ ਲਿਖ ਲਓ ਬ੍ਰੈਕਟ ਵਿੱਚ ਹੋਰ ਐਤ, ਪਹਿਲਾ ਕੁਰਿੰਥੀਆਂ 2:14। ਜਿਹੜੇ ਪੁਆਇੰਟ ਲਗਾਏ ਸੀ ਉਹਨਾਂ ਦੇ ਅੱਗੇ ਇਹ ਆਤਾਂ ਲਿਖਣੀਆਂ। ਪਹਿਲਾ ਪੁਆਇੰਟ ਲਗਾਇਆ ਸੀ, ਇਹ ਪੁਆਇੰਟ ਦੇ ਅੱਗੇ ਇਫਸੀਓ 4:18 ਹੈ ਔਰ ਫਿਰ ਉਹਦੇ ਅੱਗੇ ਬ੍ਰੈਕਟ ਵਿੱਚ ਪਹਿਲਾ ਕੁਰਿੰਥੀਆਂ 2:14। ਪਹਿਲੇ ਪੁਆਇੰਟ ਤੇ ਦੂਸਰੇ ਪੁਆਇੰਟ ਪਹਿਲੇ ਦੀਆਂ ਦੋ ਆਇਤਾਂ, ਇਹ ਪਹਿਲੇ ਪੁਆਇੰਟ ਦੀਆਂ ਦੋ ਆਇਤਾਂ ਆ। ਫਿਰ ਅਗਲੀਆਂ ਆਇਤਾਂ ਆਪਾਂ ਖੁਦਾ ਚਾਹੂਗਾ ਕੱਲ ਨੂੰ ਸੁਣਾਂਗੇ। ਹਾਂ, ਪੜ੍ਹ ਦਿਓ ਪਹਿਲਾ ਕੁਰਿੰਥੀਆਂ 2:14। ਇਹ ਤੇ ਗੱਲ ਆ ਰਹੀ ਹੈ, ਬੁੱਧ ਕੀ ਹੋ ਗਈ ਭਲਾ? ਹਨੇਰੀ ਹੋ ਗਈ। ਪਰ ਪ੍ਰਾਣਿਕ ਮਨੁੱਖ ਪਰਮੇਸ਼ਰ ਦੇ ਆਤਮਾ ਦੀਆਂ ਗੱਲਾਂ ਨੂੰ ਕਬੂਲ ਨਹੀਂ ਕਰਦਾ। ਪ੍ਰਾਣਿਕ ਜਿਹੜਾ ਮਨੁੱਖ ਆ ਪ੍ਰਮਾਤਮਾ ਦੀ ਆਤਮਾ ਦੀਆਂ ਗੱਲਾਂ ਨੂੰ ਕੀ ਕਰਦਾ ਆ? ਕਬੂਲ ਕਰਦਾ ਹੀ ਨਹੀਂ। ਕਿਉਂ ਜੋ ਉਹਦਾ ਮਤਲਬ ਜਿਹੜਾ ਪ੍ਰਾਣ ਦੇ ਦੁਆਰਾ ਚਲਾਇਆ ਜਾ ਰਿਹਾ, ਪ੍ਰਾਣ ਦੇ ਵਿੱਚ ਬੁੱਧੀ, ਭਾਵਨਾ, ਇੱਛਾ ਸ਼ਕਤੀ ਆ, ਜਿਹੜਾ ਪ੍ਰਾਣ ਦੇ ਦੁਆਰਾ ਇਨਸਾਨ ਚਲਾਇਆ ਜਾ ਰਿਹਾ ਆ, ਉਹ ਪ੍ਰਮਾਤਮਾ ਦੀ ਆਤਮਾ ਦੀਆਂ ਗੱਲਾਂ ਨੂੰ ਸਮਝ ਸਕਦਾ ਨਹੀਂ। ਜਿੰਨੀ ਦੇਰ ਤੱਕ ਉਹਦਾ ਆਪ ਮਨ ਨਹੀਂ ਬਣਦਾ ਪ੍ਰਮਾਤਮਾ ਦੀ ਸੁਣਨ ਦਾ, ਪ੍ਰਮਾਤਮਾ ਦੀ ਸੁਣੂਗਾ ਤੇ ਪ੍ਰਮਾਤਮਾ ਦਾ ਆਤਮਾ ਆਪ ਆ ਕੇ ਉਹਦੀ ਬੁੱਧ ਨੂੰ ਕੀ ਕਰੂਗਾ? ਖੋਲੂਗਾ, ਤਾਂ ਕਿ ਪ੍ਰਮਾਤਮਾ ਦੀਆਂ ਗੱਲਾਂ ਨੂੰ ਕੀ ਕਰ ਸਕੇ? ਸਮਝ ਸਕੇ। ਦੁਬਾਰਾ ਪੜ੍ਹੀ। ਪਰ ਪ੍ਰਾਣਿਕ ਮਨੁੱਖ ਪਰਮੇਸ਼ਰ ਦੀ ਆਤਮਾ ਦੀਆਂ ਗੱਲਾਂ ਨੂੰ ਕਬੂਲ ਨਹੀਂ ਕਰਦਾ। ਕਿਉਂ ਜੋ ਉਹ ਉਸ ਦੇ ਲੇਖੇ ਮੂਰਖਤਾਈ ਹਨ। ਉਹਦੇ ਤੇ ਕੀ ਬਣਾ? ਓਏ ਐਵੇਂ ਬੇਵਕੂਫ ਰੌਲਾ ਪਾਇਆ ਹੋਇਆ, ਅੰਤ ਆ ਰਿਹਾ। ਇੱਥੇ ਕਿੰਨੇ ਜ਼ਬਰਦਸਤ ਪੁਲ ਬਣ ਰਹੇ ਆ, ਕਿੰਨੇ ਜ਼ਬਰਦਸਤ ਜਹਾਜ਼ ਬਣ ਰਹੇ ਆ, ਔਰ ਕਿੰਨੇ ਜ਼ਬਰਦਸਤ ਸ਼ਿਪ ਬਣ ਰਹੇ ਆ, ਕਿੰਨੇ ਚੰਦ ਤੇ ਚੜ ਗਏ, ਹੁਣ ਮੰਗਲ ਤੇ ਵੀ ਚੜਨ ਲੱਗੇ ਆ, ਉਸ ਤੋਂ ਬਾਅਦ ਉਹਨੇ ਹੋਰ ਕਿਤੇ ਵੀ ਚੜ ਜਾਣਾ। ਕਿੰਨੀਆਂ ਉਸਾਰੀਆਂ ਹੋ ਰਹੀਆਂ ਆ। ਇਹ ਕਹਿਣ ਦੇ ਧਰਤੀ ਦਾ ਅੰਤ ਆ ਗਿਆ। ਧਰਤੀ ਨੂੰ ਤਾਂ ਬਚਾਉਣ ਲਈ ਕਿੰਨਾ ਕੁਝ ਕਰ ਦਿੱਤਾ ਗਿਆ। ਪਾਣੀਆਂ 'ਚੋਂ ਬਿਜਲੀ ਕੱਢੀ ਜਾਂਦੇ ਆ। ਹਾਲੇਲੂਇਆ। ਕੀ ਖਿਆਲ ਹੈ? ਅੱਗ ਕਿੱਥੋਂ ਕੱਢਣ ਦੇ ਆ? ਪਾਣੀਆਂ ਵਿੱਚੋਂ। ਹਾਲੇਲੂਇਆ। ਕੀ ਕੁਝ ਨਹੀਂ ਕਰੀ ਜਾ ਰਹੇ। ਕਿੱਡੇ ਪਲਾਨ, ਪ੍ਰੋਜੈਕਟ ਤੁਸੀਂ ਦੇਖੋ, ਕੀ ਕੁਝ ਨਹੀਂ ਕੀਤਾ। ਤੇ ਅੱਗੇ ਹੋਰ ਵੀ ਉਹਨਾਂ ਨੇ ਪਲਾਨ ਬਣਾਏ ਹੋਏ, ਕਿੱਡੇ ਨਕਸ਼ੇ ਬਣਾਏ ਹੋਏ, ਹੁਣ ਉਹ ਕਰਨਾ, ਹੁਣ ਆਹ ਕਰਨਾ। ਇਹ ਕਹਿੰਦੇ ਧਰਤੀ ਦਾ ਕੀ ਹੋਇਆ? ਅੰਤ। ਐਵੇਂ ਢੋਲਕੀਆਂ ਚੱਕ ਲੈਂਦੇ, 4 ਵਜੇ ਇਕੱਠੇ ਹੋ ਜਾਂਦੇ, ਗਾਉਣ ਵਜਾਉਣ ਸ਼ੁਰੂ ਕਰਦੇ ਆ। ਉਹਨਾਂ ਦੇ ਭਾਣੇ ਕੀ ਆ? ਮੂਰਖਤਾ। ਹਾਲੇਲੂਇਆ। ਪਰ ਸਾਡੇ ਭਾਣੇ ਕੀ ਆ? ਸਾਡੇ ਆਪ ਪਰਮਾਤਮਾ ਨੇ ਕੀ ਕੀਤੀ? ਸਾਨੂੰ ਆਗ ਹੀ ਦੇਤੀ ਸਾਰੇ ਪਾਸੇ। ਇਹਦੇ ਵਿੱਚ ਜੇਕਰ ਕੋਈ ਨਿਕਲ ਨਾ ਸਕਿਆ, ਉਹ ਕੀ ਹੋ ਜਾਊਗਾ? ਨਾ। ਪ੍ਰਾਰਥਨਾ ਪ੍ਰਭੂ ਜੀ, ਧੰਨਵਾਦ ਕਰਦੇ ਹਾਂ ਅੱਜ ਦੇ ਸਮੇਂ ਲਈ ਜੋ ਤੇਰੀ ਹਜ਼ੂਰੀ ਵਿੱਚ ਬੈਠ ਕੇ ਵਚਨ ਸੁਣਿਆ। ਪ੍ਰਭੂ ਇਹ ਵਚਨਾਂ ਦੇ ਦੁਆਰਾ ਤੇ ਲੋਕਾਂ ਦੇ ਜੀਵਨ ਬਚ ਜਾਣ, ਵੱਡੀ ਕਿਰਪਾ ਕਰਨਾ ਯਿਸੂ ਮਸੀਹ ਨਾਮ ਵਿੱਚ। ਹੁਣ ਸਾਡੇ ਖੁਦਾਵੰਦ ਦਾ ਫਜ਼ਲ, ਬਾਪ ਦੀ ਮੁਹੱਬਤ, ਪਿਤਾ ਆਪਣਾ ਪਾਕਤਾ ਕੌਣ ਤੋਂ ਲੈ ਕੇ ਹਮੇਸ਼ਾ ਤੱਕ ਸਭ ਇਮਾਨਦਾਰਾਂ ਨੂੰ ਕਸਾ ਨਾਮ ਦੀ ਰਵੇ। ਆਮੀਨ। ਹਾਲੇਲੂਇਆ। ਆਪਣੇ ਦਿਲ ਤੇ